ਸੋ ਅਗਲਾ ਜਿਹੜਾ ਪਰਚਾ ਹੈ ਪਿਸ਼ੌਰਾ ਸਿੰਘ ਢਿੱਲੋਂ ਹੋਰਾਂ ਦਾ, ਪ੍ਰਵਾਸ ਵਿੱਚ ਪੰਜਾਬੀ ਸੱਭਿਆਚਾਰ ਅਤੇ ਬਦਲਦੇ ਪ੍ਰਸੰਗ। ਇਹ ਪ੍ਰਵਾਸ ਦੇ ਸੰਬੰਧ ਵਿੱਚ ਗੱਲਬਾਤ ਕਰਨਗੇ ਭਾਸ਼ਾ ਸੱਭਿਆਚਾਰ ਦੀ। ਇਹ ਫਾਰਮਰ ਜਨਰਲ ਸੈਕਟਰੀ ਨੇ ਸਿੱਖ ਕੌਂਸਲ ਆਫ ਸੈਂਟਰਲ ਕੈਲੀਫੋਰਨੀਆ। ਔਰ ਇਸ ਜਿਹੜਾ ਸਮਾਗਮ ਹੈ ਇਹਨੂੰ ਆਯੋਜਨ ਕਰਨ ਵਿੱਚ ਵੀ ਇਹਨਾਂ ਦਾ ਬਹੁਤ ਵੱਡਾ ਜਿਹੜਾ ਰੋਲ ਹੈ। ਪਿਸ਼ੌਰਾ ਸਿੰਘ ਢਿੱਲੋਂ। ਸਤਿਕਾਰਯੋਗ ਪ੍ਰਧਾਨਗੀ ਮੰਡਲ ਅਤੇ ਸੂਝਵਾਨ ਸਰੋਤਿਓ, ਮੇਰੇ ਲੇਖ ਦਾ ਸਿਰਲੇਖ ਇਸ ਤਰ੍ਹਾਂ ਕੰਗ ਸਾਹਿਬ ਨੇ ਦੱਸਿਆ ਕਿ ਪ੍ਰਵਾਸ ਵਿੱਚ ਪੰਜਾਬੀ ਸੱਭਿਆਚਾਰ ਅਤੇ ਸਰ ਐਡਵਰਡ ਬਰਨਰਡ ਟਾਇਲਰ ਦਾ ਵਿਚਾਰ ਹੈ ਕਿ ਮਨੁੱਖ ਜੋ ਕੁਝ ਵੀ ਆਪਣੀ ਸੋਚ ਅਤੇ ਕਰ ਕਮਲਾਂ ਨਾਲ ਸਮਾਜ ਵਿੱਚ ਵਿਚਰਦਾ, ਸਿੱਖਦਾ, ਸਿਖਾਉਂਦਾ, ਸਿਰਜਦਾ ਜਾਂਦਾ ਹੈ, ਸੱਭਿਆਚਾਰ ਹੈ। ਆਮ ਧਾਰਨਾ ਇਹ ਹੈ ਕਿ ਬੋਲੀ ਅਤੇ ਸੱਭਿਆਚਾਰ ਦਾ ਨਹੁੰ ਮਾਸ ਦਾ ਰਿਸ਼ਤਾ ਹੈ ਅਤੇ ਬੋਲੀਆਂ ਦੇ ਪਤਨ ਨਾਲ ਉਹਨਾਂ ਨਾਲ ਜੁੜੇ ਸੱਭਿਆਚਾਰ ਵੀ ਖਤਮ ਹੋ ਜਾਂਦੇ ਹਨ। ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਸਾਬਕਾ ਪ੍ਰੋਫੈਸਰ ਡਾਕਟਰ ਵੀਰ ਭਾਰਤ ਸਰਕਾਰ ਹੋਰਾਂ ਅਨੁਸਾਰ 1950 ਤੋਂ ਬਾਅਦ 9 ਭਾਰਤੀ ਬੋਲੀਆਂ ਮਰੀਆਂ ਨੇ ਅਤੇ ਦੁਨੀਆ ਦੀਆਂ 2500 ਬੋਲੀਆਂ ਮਰਨ ਕਿਨਾਰੇ ਨੇ, ਜਿਸ ਵਿੱਚੋਂ 27 ਭਾਰਤ ਦੀਆਂ ਭਾਸ਼ਾਵਾਂ ਹਨ। ਪੰਜਾਬੀ ਬੋਲੀ ਦੇ ਡਾਵਾਂਡੋਲ ਭਵਿੱਖ ਬਾਰੇ ਖਦਸ਼ੇ ਵੀ ਪੰਜਾਬ ਵਿੱਚ ਬਹਿਸ ਦਾ ਵਿਸ਼ਾ ਬਣੇ ਹੋਏ ਹਨ। ਅਮਰੀਕਾ, ਕੈਨੇਡਾ ਵਿੱਚ ਪੰਜਾਬੀ ਭਾਸ਼ਾ ਅਤੇ ਪੰਜਾਬੀ ਸੱਭਿਆਚਾਰ ਦਾ ਮਸਲਾ ਕੀ ਹੈ, ਇਸ ਬਾਰੇ ਪੂਰੇ ਲੇਖ ਦੀਆਂ ਕਾਪੀਆਂ ਮੈਂ ਵੰਡ ਦਿੱਤੀਆਂ। ਪ੍ਰੋਬੇਬਲੀ ਜੇ ਤੁਹਾਡੇ ਹੱਥ 'ਚ ਨਹੀਂ ਤਾਂ ਸ਼ਾਇਦ ਯੂ ਆਰ ਸਿਟਿੰਗ ਔਨ ਇਟ। ਮੈਂ ਸਾਰੀਆਂ ਕੁਰਸੀਆਂ ਦੇ ਉੱਤੇ ਉਹ ਰੱਖ ਦਿੱਤੇ ਸੀ, ਉਹ ਜ਼ਰੂਰ ਪੜ੍ਹਿਓ। ਇਹ 20 ਮਿੰਟ ਦੇ ਦਿੱਤੇ ਸਮੇਂ ਵਿੱਚ ਐਡੇ ਵੱਡੇ ਕੰਪਲੈਕਸ ਅਤੇ ਗੁੰਝਲਦਾਰ ਮਸਲੇ ਬਾਰੇ ਕੁਝ ਕਹਿਣਾ ਭੱਜ ਕੇ ਗੱਡੀ ਫੜਨ ਵਾਲੀ ਗੱਲ ਹੈ। ਸੋ ਲੈਟਸ ਗੋ। ਲੰਮਾ ਸਮਾਂ ਪੰਜਾਬੋਂ ਬਾਹਰ ਦੋ ਸੱਭਿਆਚਾਰਾਂ ਦੇ ਸੰਗਮ ਉੱਤੇ ਵਸਦੇ ਵਿਚਰਦੇ ਰਹਿਣ ਕਰਕੇ ਇਹਨਾਂ ਦੇ ਚੰਗੇ ਮੰਦੇ ਪੱਖਾਂ ਦਾ ਨਿਤਾਰਾ ਕਰਨ ਦਾ ਅਵਸਰ ਮਿਲਿਆ ਹੈ। ਮੈਨੂੰ ਪੱਛਮੀ ਸੱਭਿਆਚਾਰ ਵਿੱਚ ਜਿੱਥੇ ਕੁਝ ਮਾੜਾ ਲੱਗਾ ਹੈ, ਉੱਥੇ ਬਹੁਤ ਕੁਝ ਚੰਗਾ ਲੱਗਾ ਹੈ। ਪਰ ਪੰਜਾਬੀ ਹੋਣ ਸਦਕਾ ਕਦੇ ਵੀ ਇਸ ਆਧੁਨਿਕ ਸੱਭਿਆਚਾਰ ਦੇ ਸਾਹਮਣੇ ਹੀਣ ਭਾਵ ਮਹਿਸੂਸ ਨਹੀਂ ਹੋਇਆ। ਕੰਮਕਾਜੀ ਭਾਸ਼ਾ ਅੰਗਰੇਜ਼ੀ ਹੋਣ ਦੇ ਬਾਵਜੂਦ ਮੈਨੂੰ ਆਪਣੀ ਮਾਂ ਬੋਲੀ 'ਤੇ ਸਦਾ ਮਾਣ ਰਿਹਾ ਹੈ ਅਤੇ ਮੈਂ ਕਵੀ ਦੇ ਤੌਰ 'ਤੇ ਪੰਜਾਬੀ ਵਿੱਚ ਖੁੱਭ ਕੇ ਲਿਖਦਾ ਰਿਹਾ ਹਾਂ। ਮੇਰੇ ਵਿਚਾਰ ਅਕਸਰ ਮੇਰੀਆਂ ਨਜ਼ਮਾਂ ਵਿੱਚ ਹੁੰਦੇ ਹਨ। ਇਸ ਲੇਖ ਦੀ ਲੋੜ ਇਸ ਲਈ ਪਈ ਕਿਉਂਕਿ ਮੇਰੀ ਪੰਜਾਬੀ ਸੱਭਿਆਚਾਰ ਦੀ ਗੌਰਵਮਈ ਆਈਡੈਂਟਿਟੀ, ਮੇਰੀ ਪਛਾਣ ਮੇਰੀ ਪਗੜੀ ਉੱਪਰ ਹੀ 9/11 ਮਗਰੋਂ ਅਲ ਕਾਇਦਾ ਅਤੇ ਆਤੰਕਵਾਦ ਦਾ ਗ੍ਰਹਿਣ ਲੱਗ ਗਿਆ। ਪਗੜੀ ਸਦਕਾ ਹੀ ਮੈਂ ਖਾਮਖਾਹ ਗੋਰੇ ਨਸਲਵਾਦੀਆਂ ਦੇ ਨਿਸ਼ਾਨੇ 'ਤੇ ਲੱਗ ਗਿਆ ਹਾਂ। ਮੇਰੀ ਜਾਚੇ ਇਹ ਸੱਭਿਆਚਾਰਾਂ ਦੀ ਬੇਵਕਤ ਅਤੇ ਬੇਲੋੜੀ ਟੱਕਰ ਵਿੱਚ ਮੇਰੀ ਬਾਹਰੀ ਦਿੱਖ ਉਹਨਾਂ ਨਾਲ ਰਲਗੱਡ ਹੋਣ ਕਰਕੇ ਹੀ ਹੈ ਜੋ ਮੈਂ ਨਹੀਂ ਹਾਂ। ਮੈਂ ਇਸ ਨੂੰ ਆਪਣੇ ਸੱਭਿਆਚਾਰ ਬਾਰੇ ਅਗਿਆਨਤਾ ਅਤੇ ਆਪਣੇ ਵਿਅਕਤੀਤਵ ਉੱਪਰ ਸਿੱਧਾ ਨਸਲਵਾਦੀ ਹਮਲਾ ਸਮਝਦਾ ਹਾਂ। ਪ੍ਰਵਾਸ ਵਿੱਚ ਖਾਸ ਤੌਰ 'ਤੇ ਉੱਤਰੀ ਅਮਰੀਕਾ, ਕੈਨੇਡਾ ਵਰਗੇ ਸ਼ਕਤੀਸ਼ਾਲੀ ਦੇਸ਼ਾਂ ਦੇ ਸੱਭਿਆਚਾਰ ਵਿੱਚ ਪੰਜਾਬੀ ਸੱਭਿਆਚਾਰ ਦੀ ਰਸ ਰਸਾਈ ਸੰਭਵ ਤਾਂ ਹੈ ਪਰ ਸੌਖੀ ਨਹੀਂ। ਸੰਭਵ ਇਸ ਲਈ ਕਿ ਇਹਨਾਂ ਵਿਚਕਾਰ ਕੋਈ ਸਿਧਾਂਤਕ ਵਿਰੋਧ ਨਹੀਂ। ਭਾਵ ਅਮਰੀਕਨ ਨਵੀਂ ਕੌਮ ਲਾਈਫ, ਲਿਬਰਟੀ, ਪਰਸੂਟ ਆਫ ਹੈਪੀਨੈਸ, ਜਸਟਿਸ ਫॉर ਆਲ ਐਂਡ ਆਲ ਮੈਨ ਆਰ ਕ੍ਰੀਏਟਡ ਇਕੁਅਲ ਅੰਡਰ ਵਨ ਗॉड ਵਾਲਾ ਜੋ ਸੰਕਲਪ ਹੈ, ਸਾਡਾ ਪੰਜਾਬੀਆਂ ਦਾ ਮਨਸ਼ਾ ਵੀ ਉਹੀ ਹੈ। ਸੌਖਾ ਇਸ ਲਈ ਨਹੀਂ ਕਿ ਜੋਬਨ ਰੁੱਤੇ ਬੇਸ਼ੱਕ ਹੁਣ ਇਸ ਅਮਰੀਕਨ ਮੁਟਿਆਰ ਦੇ ਮੋਹਬੰਤੇ ਨਏ ਨਕਸ਼ ਡਾਈਵਰਸ ਰੰਗਾਂ ਵਿੱਚ ਉਘੜ ਆਏ ਹਨ ਅਤੇ ਇਹ ਇੱਕ ਆਜ਼ਾਦ ਖਿਆਲ ਮਿਸ ਯੂਨੀਵਰਸ ਸਥਾਪਿਤ ਹੋ ਗਈ ਹੈ, ਫਿਰ ਵੀ ਇਹਦਾ ਕੇਵਲ ਚਿੱਟੀ ਚਮੜੀ ਵਾਲੀ ਜੂਡੀਓ ਕ੍ਰਿਸਚੀਅਨ ਕੁੜੀ ਹੋਣ ਵਾਲਾ ਭਰਮ ਅਜੇ ਟੁੱਟਿਆ ਨਹੀਂ। ਕਾਰਨ ਅਮਰੀਕਾ ਦੇ ਪਹਿਲੇ ਤਿੰਨੇ ਪ੍ਰਧਾਨ ਜਾਰਜ ਵਾਸ਼ਿੰਗਟਨ, ਐਬਰਮ ਲਿੰਕਨ ਅਤੇ ਜੈਫਰਸਨ ਨੇ ਜਿੱਥੇ ਅਮਰੀਕਾ ਦੀਆਂ ਨੀਹਾਂ ਪੱਕੀਆਂ ਕਰਨ ਵਿੱਚ ਵੱਡੀ ਭੂਮਿਕਾ ਨਿਭਾਈ, ਉੱਥੇ ਕੇਵਲ ਗੋਰੀ ਨਸਲ ਦੇ ਸੰਕਲਪ ਨੂੰ ਹੀ ਧਿਆਨ ਵਿੱਚ ਰੱਖਿਆ ਹੈ। ਕੈਨੇਡਾ ਦੇ ਪਹਿਲੇ ਪ੍ਰਧਾਨ ਮੰਤਰੀ ਸਰ ਜੌਹਨ ਮੈਕਡੋਨਲਡ ਨੇ ਵੀ ਤਾਂ ਆਪਣੇ ਪਹਿਲੇ ਪਾਰਲੀਮੈਂਟਰੀ ਭਾਸ਼ਣ ਵਿੱਚ ਹੀ ਇਹ ਕਹਿ ਦਿੱਤਾ ਸੀ ਕਿ ਕੈਨੇਡਾ ਇਜ਼ ਫਾਰ ਵਾਈਟ ਮੈਨ, Canada is a white man's country and we will create immigration policies to create a white man's country. Diversity यानी बहुत ਸੱਭਿਆਚਾਰ ਵਾਲਾ ਸੰਕਲਪ ਜੋ ਹੁਣ 21ਵੀਂ ਸਦੀ ਵਿੱਚ ਆਉਣ ਵਾਲੀਆਂ ਪੀੜ੍ਹੀਆਂ ਦਾ ਸੰਕਲਪ ਬਣ ਰਿਹਾ ਹੈ, ਉਹਨਾਂ ਦੇ ਧਿਆਨ ਵਿੱਚ ਮਨਫੀ ਹੀ ਸੀ। ਮਗਰੋਂ ਵੀ ਹੁਣ ਤੀਕ ਘੱਟ ਗਿਣਤੀਆਂ, ਖਾਸ ਕਰ ਰੰਗਦਾਰ ਘੱਟ ਗਿਣਤੀ ਅਮਰੀਕਨਾਂ ਦਾ ਇਤਿਹਾਸ ਗੋਰੇ ਇਤਿਹਾਸ ਦੇ ਥੱਲੇ ਦਬ ਕੇ ਹੀ ਰੱਖਿਆ ਰਿਹਾ ਹੈ। ਜੋਹਾਨਾ ਔਗਡਨ ਪੋਰਟਲੈਂਡ ਸਥਿਤ ਇਤਿਹਾਸਕਾਰ ਹੈ, ਜਿਸ ਦੀ ਖੋਜ ਉੱਤੇ ਆਧਾਰਿਤ ਲੇਖ ਸਦਕਾ ਆਸਟੋਰੀਆ ਸ਼ਹਿਰ ਦੀ ਸਿਟੀ ਕੌਂਸਲ ਅਤੇ ਮੇਅਰ ਵੱਲੋਂ ਗਦਰ ਪਾਰਟੀ ਨੂੰ 2013 ਦੀ 100 ਸਾਲਾ ਜਨਮ ਸ਼ਤਾਬਦੀ ਉੱਤੇ ਸਨਮਾਨਿਤ ਕੀਤਾ ਗਿਆ ਸੀ। ਇਸ ਬਾਰੇ ਉਹ ਕੁਝ ਇਸ ਤਰ੍ਹਾਂ ਲਿਖਦੀ ਹੈ
ਕਿ ਅਮਰੀਕਾ ਨੇ ਅਮਰੀਕਾ ਬਣਨ ਵਾਸਤੇ ਸੰਸਾਰ ਭਰ ਤੋਂ ਲੱਖਾਂ ਲੋਕਾਂ ਦੀ ਮਿਹਨਤ ਦਾ ਲਾਭ ਉਠਾਇਆ ਹੈ, ਪਰ ਚੀਨੀ, ਪੰਜਾਬੀ ਅਤੇ ਹੋਰ ਘੱਟ ਗਿਣਤੀਆਂ ਨੂੰ ਇਸ ਅਮਰੀਕਨ ਕਹਾਣੀ ਵਿੱਚੋਂ ਮੰਨਫੀ ਰੱਖਿਆ ਹੈ। ਪੰਜਾਬੀ ਆਵਾਸੀਆਂ ਵਿੱਚ ਖਾਸ ਕਰ ਸਿੱਖਾਂ ਦੀ ਗੱਲ ਕਰੀਏ ਤਾਂ ਇਹਨਾਂ ਨਾਲ ਅਜੀਬ ਬੇਗਾਨਗੀ ਵਾਲਾ ਆਲਮ ਅੱਜ ਵੀ ਬਣਿਆ ਹੋਇਆ ਹੈ। ਇੱਥੋਂ ਤੀਕ ਕਿ 125 ਸਾਲ ਅਮਰੀਕਾ 'ਚ ਰਹਿਣ ਪਿੱਛੋਂ ਵੀ ਅੱਜ ਪਗੜੀ ਬੰਨ੍ਹਣ ਵਾਲਿਆਂ ਵਿੱਚ ਕੇਵਲ ਸਿੱਖ ਹੀ ਰਹਿ ਗਏ ਹਨ। ਕੋਈ ਇਹਨਾਂ ਦਾ ਨਾਂ ਤੱਕ ਵੀ ਠੀਕ ਤਰ੍ਹਾਂ ਨਹੀਂ ਉਚਾਰ ਸਕਦਾ। ਕੋਈ ਸਿੱਖ ਕਹਿੰਦਾ, ਕੋਈ ਸਿੱਖ ਕਹਿੰਦਾ ਔਰ ਕੋਈ ਸ਼ੀਖ ਆਖਦਾ ਹੈ। ਹੁਣੇ ਕਾਮੇਡੀ ਸੈਂਟਰਲ ਦੇ ਅਮਰੀਕਾ ਦੇ ਹਰਮਨ ਪਿਆਰੇ ਅਤੇ ਸਭ ਤੋਂ ਵੱਧ ਵੇਖੇ ਜਾਣ ਵਾਲੇ ਡੇਲੀ ਸ਼ੋਅ ਵਿੱਚ ਹਸਨ ਮਿਨਹਾਜ ਨੇ ਵਾਰਿਸ ਸਿੰਘ ਆਹਲੂਵਾਲੀਆ ਨਾਲ ਗੱਲਬਾਤ ਦੌਰਾਨ ਇੱਕ ਦਿਲਚਸਪ ਸਰਵੇਖਣ ਪੇਸ਼ ਕੀਤਾ। ਇੱਕ ਫਰੇਮ ਵਿੱਚ ਇੱਕ ਪਰਿੰਦਾ, ਇੱਕ ਬਿਨੋਕੂਲਰ, ਇੱਕ ਹਾਈਡ ਐਂਡ ਸੀਕ ਖੇਡ ਰਿਹਾ ਬੱਚਾ ਅਤੇ ਇੱਕ ਪਗੜੀ ਵਾਲੇ ਸਿੱਖ ਦੀਆਂ ਤਸਵੀਰਾਂ ਜੜੀਆਂ ਹੋਈਆਂ ਹਨ। ਅਮਰੀਕਨਾਂ ਨੂੰ ਪੁੱਛਦਾ ਹੈ ਕਿ ਇਹਦੇ ਵਿੱਚੋਂ ਪਛਾਣੋ ਸਿੱਖ ਕੌਣ ਹੈ, ਤਾਂ ਇੱਕ ਬੰਦਾ ਉਹ ਪਰਿੰਦੇ ਉੱਪਰ ਉਂਗਲੀ ਰੱਖ ਦਿੰਦਾ, ਦੂਸਰਾ ਸੀਕ ਦਾ ਲਫ਼ਜ਼ ਪੜ੍ਹ ਕੇ ਹਾਈਡ ਐਂਡ ਸੀਕ ਖੇਡ ਰਹੇ ਬੱਚੇ ਦੇ ਉੱਪਰ ਉਂਗਲੀ ਰੱਖ ਲੈਂਦਾ। ਭਾਵ ਕਿਸੇ ਨੂੰ ਕੋਈ ਪਤਾ ਨਹੀਂ ਕਿ ਇਹ ਸਿੱਖ ਕੌਣ ਹੈ, ਇਹ ਸਿੱਖ ਦੀ ਪਛਾਣ ਕੀ ਹੈ। ਬੇਸ਼ੱਕ ਇਹ ਇੱਕ ਕਾਮੇਡੀ ਸ਼ੋਅ ਸੀ, ਪਰ ਅਰਥ ਸਮਝਾਉਣ ਵਾਸਤੇ ਇਹ ਅਸਲੀਅਤ ਦੇ ਬਹੁਤ ਨੇੜੇ ਸੀ। 9/11 ਦੇ ਆਤੰਕਵਾਦੀ ਹਮਲੇ ਮਗਰੋਂ ਤਾਂ ਪ੍ਰਵਾਸ ਵਿੱਚ ਪੰਜਾਬੀ ਸੱਭਿਆਚਾਰ ਦੇ ਮੁੱਦਈਆਂ ਵਿੱਚ ਪੰਜਾਬੀ ਸਿੱਖ ਦੀ ਸ਼ਨਾਸ, ਪੱਗ ਦਾੜੀ ਹੀ ਇਸਲਾਮ ਦੇ ਆਤੰਕਵਾਦੀਆਂ ਨਾਲ ਇਸ ਤਰ੍ਹਾਂ ਉਲਝਾ ਦਿੱਤੀ ਗਈ ਹੈ ਕਿ ਇਹਦੇ ਦਰਸ਼ਨਾਂ ਉੱਪਰ ਹੀ ਜੇ ਉਂਗਲੀ ਨਹੀਂ ਤਾਂ ਅੱਖਾਂ ਨਾਲ ਸੈਨਤ ਜ਼ਰੂਰ ਕੀਤੀ ਜਾ ਰਹੀ ਹੈ। ਅਮਰੀਕਾ ਵਿੱਚ ਇਸ ਬਦਲਦੇ ਪਰਪੇਖ ਅੰਦਰ ਪੰਜਾਬੀ ਸੱਭਿਆਚਾਰ ਦੀ ਪ੍ਰਤੀਕ ਪਗੜੀ ਉੱਪਰ ਹੀ ਸਵਾਲੀਆ ਚਿੰਨ੍ਹ ਲੱਗਾ ਹੋਇਆ ਹੈ। ਸੱਭਿਆਚਾਰ ਤਾਂ ਦੂਰ ਦੀ ਗੱਲ ਹੈ। ਇਸ ਲੇਖ ਨੂੰ ਅੱਗੇ ਤੋਰਨ ਵਾਸਤੇ ਇਤਿਹਾਸ ਵਿੱਚ ਥੋੜ੍ਹਾ ਪਿੱਛੇ ਜਾਣਾ ਪਏਗਾ। ਪੰਜਾਬੀਆਂ ਵੱਲੋਂ ਪ੍ਰਦੇਸਾਂ ਲਈ ਪ੍ਰਵਾਸ ਅਤੇ ਪੰਜਾਬੀ ਸੱਭਿਆਚਾਰ ਦਾ ਅਮਰੀਕਾ ਵਿੱਚ ਪ੍ਰਵੇਸ਼। ਪੰਜਾਬ ਵਿੱਚ ਸਾਡੇ ਪੁਰਖੇ ਦਰਾਵੜ ਸਾਂ ਜਾਂ ਆਰੀਅਨ, ਇਹ ਬਹਿਸ ਦਾ ਵਿਸ਼ਾ ਹੋ ਸਕਦਾ ਹੈ, ਪਰ ਅਮਰੀਕਾ ਵਿੱਚ ਸਾਡੇ ਪੁਰਖੇ ਗਦਰੀ ਹੀ ਸਨ। ਉਹਨਾਂ ਰਾਹੀਂ ਹੀ ਅਸੀਂ ਪੰਜਾਬੀ ਸੱਭਿਆਚਾਰ ਇੱਥੇ ਪ੍ਰਵੇਸ਼ ਹੋਇਆ। ਉਸ ਤੋਂ ਅੱਗੇ ਪਿੱਛੇ ਦਾ ਇਤਿਹਾਸ ਆਪ ਸਭ ਜਾਣਦੇ ਹੋ, ਇੱਥੇ ਦੁਹਰਾਉਣ ਦਾ ਮੇਰੇ ਕੋਲ ਵਕਤ ਵੀ ਨਹੀਂ। ਇੱਥੇ ਇਹ ਦੱਸਣਾ ਇਸ ਲਈ ਜ਼ਰੂਰੀ ਸੀ ਕਿਉਂਕਿ ਗਦਰੀਆਂ ਵੱਲੋਂ ਅਮਰੀਕਾ ਦੀ ਧਰਤੀ ਉੱਪਰੋਂ ਵਿੱਢੀ ਆਜ਼ਾਦੀ ਲਈ ਇਹ ਲੜਾਈ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਜਾਣ ਵਾਲਾ ਇੰਡੋ ਅਮਰੀਕਨ ਇਤਿਹਾਸ ਸੀ, ਸਾਡਾ ਪ੍ਰਵਾਸੀਆਂ ਦਾ ਇਤਿਹਾਸ ਸੀ, ਜਿਸ ਨੂੰ ਵੱਖ-ਵੱਖ ਕਾਰਨਾਂ ਕਰਕੇ ਦੋਵਾਂ ਦੇਸ਼ਾਂ ਵਿੱਚ ਦਬਾ ਕੇ ਹਾਸ਼ੀਏ ਉੱਪਰ ਹੀ ਰੱਖਿਆ ਗਿਆ ਹੈ। ਭਾਵ ਨਾ ਤਾਂ ਉਹਨਾਂ ਗਦਰੀ ਦੇਸ਼ ਭਗਤਾਂ ਨੂੰ ਹਿੰਦੁਸਤਾਨ ਦੀ ਆਜ਼ਾਦੀ ਲਈ ਜਦੋਜਹਿਦ ਦੇ ਇਤਿਹਾਸ ਵਿੱਚ ਬਣਦੀ ਥਾਂ ਮਿਲੀ ਅਤੇ ਅਮਰੀਕਨ ਜਨਤਾ ਵੀ ਖਾਸ ਕਰ ਉਹਨਾਂ ਸਿੱਖ ਪਗੜੀਧਾਰੀ ਹਿੰਦੁਸਤਾਨੀਆਂ ਬਾਰੇ ਜੋ ਅੱਜ ਵੀ ਅਮਰੀਕਾ ਵਿੱਚ ਪੱਗਾਂ ਬੰਨ੍ਹਣ ਵਾਲੇ ਪੰਜਾਬੀ ਸਿੱਖ ਹੀ ਹਨ, ਅਣਜਾਣ ਅਤੇ ਅਭਿੱਜ ਹੀ ਰਹੀ ਹੈ। ਕਿੱਡਾ ਚੰਗਾ ਹੋਵੇ ਜੇ ਅਮਰੀਕਾ ਵਿੱਚ ਵਸਦੇ ਪੰਜਾਬੀ, ਹਿੰਦੁਸਤਾਨੀ, ਪਾਕਿਸਤਾਨੀ, ਬੰਗਲਾਦੇਸ਼ੀ ਵੱਧ ਤੋਂ ਵੱਧ ਗਿਣਤੀ ਨਾ ਕੇਵਲ ਮੈਮੋਰੀਅਲ ਡੇ ਪਰੇਡ ਵਿੱਚ ਸ਼ਾਮਲ ਹੋਣ, ਸਗੋਂ ਉਹਨਾਂ ਬਹਾਦਰ ਦੇਸ਼ ਭਗਤ ਗਦਰੀਆਂ ਦੀਆਂ ਕੁਰਬਾਨੀਆਂ ਦਾ ਇਤਿਹਾਸ ਵੀ ਉਸ ਵਿੱਚ ਸ਼ਾਮਲ ਕਰਨ। ਜੇ ਗੱਲ ਥੈਂਕ ਯੂ, ਜਿਨ੍ਹਾਂ ਦੀ ਬਦੌਲਤ ਅੱਜ ਅਸੀਂ ਇੱਥੇ ਘੁੱਗ ਵਸਦੇ ਹਾਂ। 9/11 ਦੇ ਇਸਲਾਮਿਕ ਅੱਤਵਾਦੀ ਹਮਲੇ ਮਗਰੋਂ ਸਮੁੱਚੇ ਮੁਸਲਮਾਨ ਭਾਈਚਾਰੇ ਵਿਰੁੱਧ ਨਫ਼ਰਤੀ ਸੁਰ ਤੇਜ਼ ਹੋਈ ਹੈ, ਜੋ ਜਾਇਜ਼ ਨਹੀਂ ਹੈ। ਪਰ ਪੱਗ ਦੀ ਸੌਖੀ ਨਿਸ਼ਾਨਦੇਹੀ ਸਦਕਾ ਸਿੱਖਾਂ ਨੂੰ ਮੁਸਲਮਾਨ ਸਮਝ ਕੇ ਹੇਟ ਕ੍ਰਾਈਮ ਨੇ ਉਸ ਤੋਂ ਵੀ ਵਧੇਰੇ ਨੁਕਸਾਨ ਕੀਤਾ ਹੈ। ਸਕੂਲਾਂ ਵਿੱਚ, ਮੈਂ ਉਹਦੀ ਡਿਟੇਲ ਵਿੱਚ ਨਹੀਂ ਜਾਣੀ ਚਾਹੁੰਦਾ, ਤੁਸੀਂ ਸਾਰੇ ਉੱਥੋਂ ਫੈਮਿਲੀਅਰ ਹੋ, ਸਕੂਲਾਂ ਵਿੱਚ ਸਿੱਖ ਬੱਚਿਆਂ ਦੀ ਬੁਲੀਇੰਗ ਹੋਰ ਵੀ ਚਿੰਤਾਜਨਕ ਵਿਸ਼ਾ ਹੈ, ਜੋ ਸਿੱਖ ਕੋਲੀਸ਼ਨ ਦੇ ਤਾਜ਼ਾ ਸਰਵੇਖਣ ਅਨੁਸਾਰ ਸੈਨ ਫਰਾਂਸਿਸਕੋ ਬੇ ਏਰੀਆ ਦੇ ਸਕੂਲਾਂ ਵਿੱਚ ਕੌਮੀ ਔਸਤ ਨਾਲੋਂ ਦੁੱਗਣੀ ਹੈ। ਮੁੱਕਦੀ ਗੱਲ ਕਿ ਉਹ ਪਗੜੀ ਜੋ ਅਮਰੀਕਨਾਂ ਵਾਂਗ ਲਾਈਫ, ਲਿਬਰਟੀ, ਪਰਸੂਟ ਆਫ ਹੈਪੀਨੈਸ ਐਂਡ ਆਲ ਮੈਨ ਆਰ ਕ੍ਰੀਏਟਿਡ ਇਕੁਅਲ ਵਾਲੇ ਸੱਭਿਆਚਾਰ ਦੀ ਲਖਾਇਕ ਸੀ, ਇਸਲਾਮ ਦੇ ਕੱਟੜਪੰਥੀਆਂ ਨਾਲ ਰਲਗੱਡ ਹੋਣ ਕਰਕੇ ਹੇਟ ਕ੍ਰਾਈਮ ਦੇ ਨਿਸ਼ਾਨੇ 'ਤੇ ਲੱਗ ਗਈ ਹੈ। ਪਰ ਕੀ ਇਹ ਪੰਜਾਬੀਆਂ, ਸਿੱਖਾਂ ਜਾਂ ਮੁਸਲਮਾਨਾਂ ਦਾ ਧਾਰਮਿਕ ਮਸਲਾ ਹੈ? ਨਹੀਂ, ਇਹ ਸਭਨਾਂ ਉੱਪਰ ਨਸਲਵਾਦੀ ਹਮਲਾ ਹੈ, ਪੰਜਾਬੀ ਸੱਭਿਆਚਾਰ ਉੱਪਰ ਹਮਲਾ ਹੈ, ਘੱਟ ਗਿਣਤੀਆਂ ਦੇ ਮਨੁੱਖੀ ਅਧਿਕਾਰਾਂ ਉੱਪਰ ਹਮਲਾ ਹੈ, ਜੋ ਸਿੱਖ ਪਰਿਵਾਰਾਂ ਵਿੱਚ ਪਗੜੀ ਬੰਨ੍ਹਣ ਵਾਲੇ ਜੀਆਂ ਬਾਰੇ ਜਾਨਲੇਵਾ ਅਤੇ ਡੂੰਘੀ ਚਿੰਤਾ ਦਾ ਕਾਰਨ ਬਣਿਆ ਹੋਇਆ ਹੈ। ਦਰਪੇਸ਼ ਚੁਣੌਤੀਆਂ ਅਤੇ ਹੇਟ ਕ੍ਰਾਈਮ ਵਿਰੁੱਧ ਘੱਟ ਗਿਣਤੀਆਂ, ਖਾਸ ਕਰ ਸਿੱਖਾਂ ਵੱਲੋਂ ਪ੍ਰਤੀਕਰਮ। ਅਮਰੀਕਾ ਵਰਗੇ ਉੱਨਤ ਦੇਸ਼ ਦੇ ਸ਼ਕਤੀਸ਼ਾਲੀ ਸੱਭਿਆਚਾਰ ਦੇ ਦਬਾਅ ਸਾਹਮਣੇ ਗੱਲ ਪੰਜਾਬੀ ਸੱਭਿਆਚਾਰ ਦੀ ਹੋਵੇ ਜਾਂ ਕਿਸੇ ਹੋਰ ਨਾਨ ਵਾਈਟ ਘੱਟ ਗਿਣਤੀ ਸੱਭਿਆਚਾਰ ਦੀ, ਵੱਡੀ ਚੁਣੌਤੀ ਤਾਂ ਇਸ ਧਾਰਨਾ ਵਿੱਚ ਹੀ ਹੈ ਕਿ ਅਮਰੀਕਾ ਅਤੇ ਕੈਨੇਡਾ ਵਰਗੇ ਦੇਸ਼ਾਂ ਦੀ ਬੁਨਿਆਦ ਜੂਡੀਓ ਕ੍ਰਿਸਚਨ ਵਾਈਟ ਮੈਨ ਕੰਟਰੀ ਵਜੋਂ ਰੱਖੀ ਗਈ ਸੀ, ਜੋ ਕੱਲ੍ਹ ਦੀ ਗੱਲ ਨਹੀਂ, ਅੰਦਰ ਖਾਤੇ ਅੱਜ ਵੀ ਜਿਉਂ ਦੀ ਤਿਉਂ ਹੈ। ਸਮੇਂ ਦੀ ਸੱਚਾਈ ਬੇਸ਼ੱਕ ਅੱਜ ਹੋਰ ਹੈ। ਜਦੋਂ ਬਹੁਤ ਸੱਭਿਆਚਾਰ ਹਰ ਖੇਤਰ ਵਿੱਚ ਸਥਾਪਿਤ ਹੋ ਰਿਹਾ ਹੈ ਤਾਂ ਸੱਚਾਈ ਅਨੇਕਤਾ ਵਿੱਚ ਏਕਤਾ ਦੀ ਹੈ। ਇਸ ਪ੍ਰਸੰਗ ਵਿੱਚ ਅਮਰੀਕਾ ਨੂੰ ਮੈਲਟਿੰਗ ਪੌਟ ਕਹਿਣ ਦੀ ਥਾਂ ਲੈਂਡਸਕੇਪ ਗਾਰਡਨ ਕਹਿਣਾ ਠੀਕ ਰਹੇਗਾ, ਜਿਸ ਦੀ ਖੂਬਸੂਰਤੀ ਅਤੇ ਏਕਤਾ ਇੱਕੋ ਰੰਗ ਦੇ ਫੁੱਲਾਂ ਵਿੱਚ ਨਹੀਂ, ਵੰਨ ਸੁਵੰਨਤਾ ਵਿੱਚ ਹੈ। ਜੇ ਕੋਈ ਚੀਜ਼ ਪਸੰਦ ਆਵੇ ਤਾਂ ਤਾੜੀ ਮਾਰਦਾ ਕਰੋ ਬੇਸ਼ੱਕ।
ਦਿਲਚਸਪ ਗੱਲ ਇਹ ਹੈ ਕਿ ਆਉਣ ਵਾਲੀਆਂ ਚੋਣਾਂ ਵਿੱਚ ਜਦੋਂ ਅਮਰੀਕਨ ਅੱਜ ਆਪਣੇ ਰਾਜਸੀ ਭੰਬਲ ਭੂਸੇ ਕਰਕੇ ਦੋ ਫਾੜ ਕਰ ਦਿੱਤੇ ਗਏ ਹਨ, ਨੋਟਰਡੇਮ ਯੂਨੀਵਰਸਿਟੀ ਦੇ ਡੇਵਿਡ ਕੈਂਪਬੈਲ ਅਤੇ ਹਾਰਵਰਡ ਯੂਨੀਵਰਸਿਟੀ ਦੇ ਰਾਬਰਟ ਪਤਨਮ, ਦੋ ਉੱਘੇ ਸਮਾਜਿਕ ਵਿਗਿਆਨੀਆਂ ਵੱਲੋਂ ਆਪਣੀ ਨਵੀਂ ਕਿਤਾਬ ਵਿੱਚ ਵੱਖ-ਵੱਖ ਧਰਮਾਂ ਅਤੇ ਸੱਭਿਆਚਾਰਾਂ ਦੇ ਆਪਸੀ ਵੱਖਰੇਕਰਨ ਨਾਲੋਂ ਜੋੜਨ ਵਾਲੇ ਕਰਤੱਵ ਨੂੰ ਅਮਰੀਕਾ ਦੀ ਅਖੰਡਤਾ ਲਈ ਸਰੋਤ ਵਜੋਂ ਵੇਖਿਆ ਗਿਆ ਹੈ। ਇਸ ਸਮੇਂ ਬਹੁਤ ਸੱਭਿਆਚਾਰ ਵੱਲ ਉਤਸ਼ਾਹਿਤ ਜਿਹੜੇ ਵੀ ਸੂਝਵਾਨ ਲੇਖਕ ਯੂਨੀਵਰਸਿਟੀਆਂ ਵਿੱਚ ਜਾਂ ਹੋਰ ਵੀ ਕਿਤੇ ਜਿਸ ਤਰ੍ਹਾਂ ਹੁਣ ਨੇ ਰਾਹ ਦਸੇਰਾ ਵਜੋਂ ਕੰਮ ਕਰ ਰਹੇ ਨੇ, ਵਰਕਸ਼ਾਪਾਂ ਲਗਾ ਰਹੇ ਨੇ, ਉਹਨਾਂ ਨੂੰ ਹੋਰ ਉਤਸ਼ਾਹਿਤ ਕਰਨ ਦੀ ਲੋੜ ਹੈ। ਇੱਥੇ ਇਹ ਦੱਸਣਾ ਵੀ ਕੁਥਾ ਨਹੀਂ ਹੋਵੇਗਾ ਕਿ ਅਮਰੀਕਾ ਵਿੱਚ ਪੰਜਾਬੀ ਸੱਭਿਆਚਾਰ ਨੂੰ ਰੰਗ ਨਸਲ ਦੇ ਵਿਤਕਰੇ, ਚੁਣੌਤੀਆਂ ਅਤੇ ਪਰਸਪਰ ਦਬਾਅ ਤੋਂ ਵੱਧ ਕੇ ਆਪਣੇ ਮੁੱਢਲੇ ਘਰ ਅਰਥਾਤ ਸਾਂਝੇ ਪੰਜਾਬ ਅਤੇ ਹਿੰਦੁਸਤਾਨ ਵਿੱਚ ਸਮਾਜ ਨੂੰ ਲੱਗੇ ਖੋਰੇ ਦਾ ਝੋਰਾ ਵੀ ਮਾਰਦਾ ਹੈ। ਦੀਪਕ ਜੀ, ਉਹਦਾ ਵੀ ਕੋਈ ਫਿਕਰ ਕਰੋ। ਉਸ ਦੀਆਂ ਤਰਾਟਾਂ ਸਮੁੰਦਰ ਪਾਰ ਇੱਥੇ ਮਹਿਸੂਸ ਹੁੰਦੀਆਂ ਹਨ। ਉਦਾਹਰਨ ਵਜੋਂ ਜਦੋਂ ਕੋਈ ਭੈਣ ਭਰਾ ਦੇਸ਼ ਤੋਂ ਸਾਨੂੰ ਇੱਥੇ ਮਿਲਣ ਆਉਂਦਾ ਹੈ ਤਾਂ ਅਸੀਂ ਸਹੁਰੇ ਆਈ ਕੁੜੀ ਵਾਂਗ ਹੁੱਬ ਕੇ ਮਿਲਦੇ ਹਾਂ। ਸੁੱਖ ਸਾਂਦ ਅਤੇ ਭਰਾਤਰੀ ਆਓ ਭਗਤ ਵਿੱਚ ਪੰਜਾਬ 'ਚੋਂ ਬਣੀ ਕਿਸੇ ਗਾਇਕ ਦੀ ਕੈਸਟ ਉੱਪਰ ਨਚਾਏ ਗਿੱਧੇ ਭੰਗੜਿਆਂ ਤੋਂ ਪ੍ਰਸੰਨ ਹੋ ਕੇ ਜਦੋਂ ਉਹ ਸਾਨੂੰ ਇਹ ਕਹਿੰਦੇ ਹਨ ਕਿ ਪੰਜਾਬੀ ਸੱਭਿਆਚਾਰ ਦੇ ਅਸਲੀ ਵਾਰਸ ਤੁਸੀਂ ਪ੍ਰਵਾਸੀ ਹੀ ਹੋ ਜੋ ਇਸ ਨੂੰ ਸਾਂਭ ਸਕਦੇ ਹੋ, ਪੰਜਾਬ ਵਿੱਚ ਤਾਂ ਇਸ ਦਾ ਪਤਨ ਹੀ ਸਮਝੋ। ਇਹ ਸਾਨੂੰ ਸੁਣ ਕੇ ਖੁਸ਼ੀ ਤਾਂ ਹੁੰਦੀ ਹੈ, ਪਰ ਰੋਣਾ ਵੀ ਆਉਂਦਾ ਹੈ। ਖੁਸ਼ੀ ਇਸ ਲਈ ਕਿ ਸਾਡੀ ਸਿਫਤ ਹੋਈ ਹੈ। ਕੌਣ ਖੁਸ਼ ਨਹੀਂ ਹੁੰਦਾ ਜਿਹਦੀ ਸਿਫਤ ਹੋਵੇ। ਰੋਣਾ ਇਸ ਲਈ ਕਿ ਜਿਸ ਬਿਰਛ ਦੇ ਟਾਹਣ ਉੱਪਰ ਖੁਸ਼ੀ ਅਤੇ ਖੇੜੇ ਦੇ ਫੁੱਲ ਉਹ ਵੇਖ ਰਹੇ ਹਨ, ਉਸ ਦੀਆਂ ਜੜ੍ਹਾਂ ਤਾਂ ਉਸੇ ਪੰਜਾਬ ਵਿੱਚ ਨੇ ਜਿਹਦੇ ਉਹ ਰਖਵਾਲੇ ਨੇ ਅਤੇ ਜਿਹਦੇ ਪਤਨ ਦੀ ਉਹ ਬਾਤ ਸੁਣਾ ਰਹੇ ਨੇ। ਇੱਕ ਗੱਲ ਹੋਰ ਜੋ ਇਸ ਤੋਂ ਵੀ ਵੱਡੀ ਚਿੰਤਾ ਦਾ ਕਾਰਨ ਬਣ ਜਾ ਰਹੀ ਹੈ, ਉਹ ਹੈ ਕਿ ਦੇਸ਼ ਵਿਚਲੀਆਂ ਕੁਝ ਮੁੱਢਲੀਆਂ ਸੰਸਥਾਵਾਂ ਨੂੰ ਲੱਗੀਆਂ ਦੇਸੀ ਬਿਮਾਰੀਆਂ ਇੱਥੇ ਵੀ ਪਹੁੰਚ ਜਾਣ ਕਰਕੇ ਕਿਤੇ ਜਿਹੜੇ ਰੋਗ ਨਾਲ ਬੱਕਰੀ ਮਰ ਗਈ ਉਹੀ ਰੋਗ ਪਠੋਰੇ ਨੂੰ ਵਾਲੀ ਗੱਲ ਨਾ ਹੋ ਜਾਏ। ਮਿਸਾਲ ਵਜੋਂ ਪਿੱਛੇ ਜਿਹੇ ਹੀ ਟਰਲਕ ਦੇ ਗੁਰਦੁਆਰੇ ਦੀ ਪ੍ਰਬੰਧਕ ਕਮੇਟੀ ਅਤੇ ਮੈਂਬਰ ਸਾਹਿਬਾਨਾਂ ਦੀ ਗੁਰੂ ਗ੍ਰੰਥ ਦੀ ਹਾਜ਼ਰੀ ਵਿੱਚ ਹੀ ਗਹਿ ਗੱਚ ਲੜਾਈ ਦੀ ਵੀਡੀਓ ਇੰਟਰਨੈੱਟ 'ਤੇ ਅੱਗ ਵਾਂਗ ਫੈਲਦੀ ਰਹੀ ਸੀ, ਜਿਸ ਵਿੱਚ ਬੀਬੀਆਂ ਅਤੇ ਮਰਦ ਇੱਕ ਦੂਜੇ ਦੀਆਂ ਚੁੰਨੀਆਂ ਅਤੇ ਪੱਗਾਂ ਰੋਲਦੇ ਘਸੁੰਨਮੁਖੀ ਹੋ ਰਹੇ ਸਨ ਅਤੇ ਪੁਲਿਸ ਵਾਲੇ ਸਣੇ ਜੁੱਤੀਆਂ ਅੰਦਰ ਫੜੋ ਫੜੀ ਲਈ ਪਹੁੰਚੇ ਹੋਏ ਸਨ। ਇਹੋ ਜਿਹੇ ਵਰਤਾਰੇ ਹੋਰ ਥਾਵਾਂ 'ਤੇ ਵੀ ਹੋਏ ਹਨ। ਡਾਇਸਪੋਰਾ ਵਿੱਚ ਵਸਦੇ ਲੋਕਾਂ ਨੂੰ ਸਮਝਣ ਵਾਸਤੇ ਤੁਹਾਨੂੰ ਪ੍ਰੋਫੈਸਰ ਮੋਹਨ ਸਿੰਘ ਹੋਰਾਂ ਦੀ ਕਵਿਤਾ ਮਾਂ ਦੇ ਅਰਥ ਸਮਝਣੇ ਪੈਣਗੇ। ਉਹ ਛੋਟੀ ਜਿਹੀ ਨਜ਼ਮ ਮਾਂ ਦੀਆਂ ਆਖਰੀ ਦੋ ਪੰਕਤੀਆਂ ਵਿੱਚ ਲਿਖਦੇ ਹਨ ਕਿ ਬਾਕੀ ਕੁੱਲ ਦੁਨੀਆ ਦੇ ਬੂਟੇ ਜੜ ਸੁੱਕਿਆਂ ਮੁਰਝਾਉਂਦੇ, ਐ ਪਰ ਫੁੱਲਾਂ ਦੇ ਮੁਰਝਾਇਆਂ ਇਹ ਬੂਟਾ ਸੁੱਕ ਜਾਏ। ਇੱਥੇ ਵਸਦੇ ਪੰਜਾਬੀ ਇਹ ਜਾਣਦੇ ਹਨ ਕਿ ਦੇਸ਼ ਵਿੱਚ ਨਵੀਂ ਜਾਗਰਤੀ ਵੀ ਆ ਰਹੀ ਹੈ, ਕੋਈ ਚੰਗਾ ਵੀ ਹੋ ਰਿਹਾ ਹੈ। ਦਰਪੇਸ਼ ਮੁਸ਼ਕਲਾਂ, ਝੋਰੇ ਅਤੇ ਦੁਰੇਵੇਂ ਦੇ ਬਾਵਜੂਦ ਉਹਨਾਂ ਨੇ ਚੜ੍ਹਦੀ ਕਲਾ ਵਿੱਚ ਰਹਿ ਕੇ ਸੰਘਰਸ਼ ਕਰਨਾ ਚੁਰੋਕਾ ਸਿੱਖ ਲਿਆ ਹੈ। ਉਹਨਾਂ ਦੀ ਮਿਹਨਤ ਸਦਕਾ ਅੱਜ ਸਾਡੀ ਪੰਜਾਬੀ ਬੋਲੀ ਅਤੇ ਸੱਭਿਆਚਾਰ ਦੇ ਇਸ ਧਰਤੀ ਉੱਪਰ ਫੁੱਲ ਖਿੜਨੇ ਸ਼ੁਰੂ ਹੋਏ ਹਨ। ਤਾਂ ਕਰਕੇ ਇੱਥੇ ਅੱਜ ਸਾਰੇ ਬੈਠੇ ਹੋ, ਡੈਲੀਗੇਟਸ ਵੀ ਆਏ ਨੇ ਪੰਜਾਬ ਤੋਂ ਵੀ। ਜੇ ਸਾਡੀ ਮਾੜੀ ਹਾਲਤ ਹੁੰਦੀ ਤਾਂ ਕਿਸੇ ਨਹੀਂ ਸੀ ਆਉਣਾ। ਗਦਰੀਆਂ ਦੇ ਵਾਰਸਾਂ ਵਜੋਂ ਇਹਨਾਂ ਪੰਜਾਬੀਆਂ ਦਾ ਅੱਜ ਇਹ ਧਰਮ ਹੀ ਸਮਝੋ ਕਿ ਇਹਨਾਂ ਨੇ ਹਰ ਹਾਲਤ ਵਿੱਚ ਪ੍ਰਵਾਸ ਵਿੱਚ ਇਹਨਾਂ ਫੁੱਲਾਂ ਨੂੰ ਖੜਾਈ ਰੱਖਣ ਦੀ ਕਸਮ ਖਾਧੀ ਹੋਈ ਹੈ ਤਾਂ ਜੋ ਪੰਜਾਬ ਵਿਚਲਾ ਮੁੱਢਲਾ ਬੂਟਾ ਘੱਟੋ ਘੱਟ ਇਹਨਾਂ ਦੇ ਕਾਰਨ ਨਾ ਸੁੱਕ ਜਾਏ। ਇਸ ਸੋਚ ਨੂੰ ਪ੍ਰਣਾਏ ਇੱਥੇ ਵਸਦੇ ਅਨੇਕ ਸਪੂਤਾਂ ਵਿੱਚੋਂ ਮੈਂ ਇੱਕ ਹੀ ਰੌਸ਼ਨ ਮਿਸਾਲ ਦੇ ਕੇ ਅੱਗੇ ਵਧਾਂਗਾ। ਇਸ ਸੰਮੇਲਨ ਦੇ ਰੂਹੇ ਰਵਾਂ ਸਰਦਾਰ ਚਰਨਜੀਤ ਸਿੰਘ ਬਾਠ, ਸਵੇਰ ਦਾ ਬੜੀ ਵਾਰੀ ਉਹਨਾਂ ਦਾ ਜ਼ਿਕਰ ਹੋਇਆ, ਮੈਂ ਕਿਹਾ ਮੈਂ ਵੀ ਇੱਕ ਵਾਰੀ ਕਰ ਦਿਆਂ, ਮੇਰੇ ਨਾਲ ਲੜਨਾ ਮੁੜ ਕੇ ਜਾ ਕੇ। ਉਹ ਸਾਡੇ ਦਰਮਿਆਨ ਹਾਜ਼ਰ ਹਨ। ਉਹ ਪੰਜਾਬ ਵਿੱਚੋਂ ਕੁਝ ਸਮਾਂ ਪਹਿਲਾਂ $15 ਜੇਬ ਵਿੱਚ ਲੈ ਕੇ ਅਮਰੀਕਾ ਆਏ ਸਨ। ਕੈਲੀਫੋਰਨੀਆ ਵਿੱਚ ਲੋਹਡਾਈ ਨੇੜੇ ਮੈਂ ਵੀ ਉਹ ਇਲਾਕਾ ਵੇਖ ਆਇਆ ਹਾਂ ਜਿੱਥੇ ਉਹ ਸ਼ੁਰੂ ਵਿੱਚ ਆਪਣੇ ਨਜ਼ਦੀਕੀ ਰਿਸ਼ਤੇਦਾਰ ਸਰਦਾਰ ਪਾਲ ਸਿੰਘ ਕੋਲ ਰਹਿ ਕੇ $1 ਘੰਟੇ ਉੱਪਰ 2 ਸਾਲ ਖੇਤਾਂ ਵਿੱਚ ਕੰਮ ਕਰਦੇ ਰਹੇ ਸਨ। ਮੈਨੂੰ ਇਹਨਾਂ ਨੇ ਉਹ ਖੇਤ ਵੀ ਦਿਖਾਏ। ਅੱਜ ਉਹੀ ਚਰਨਜੀਤ ਬਾਠ 15,000 ਏਕੜ ਦੀ ਖੁਦ ਕਾਸ਼ਤ ਖੇਤੀ ਦਾ ਮਾਲਕ ਅਤੇ ਰੀਜ਼ਨ ਕਿੰਗ ਤਾਂ ਹੈ ਹੀ, ਉਹ ਸਮਾਜਿਕ, ਸੱਭਿਆਚਾਰਕ ਅਤੇ ਰਾਜਨੀਤਿਕ ਗਤੀਵਿਧੀਆਂ ਵਿੱਚ ਵੀ ਮੋਹਰੇ ਰਹਿਣ ਦਾ ਆਦੀ ਹੈ। ਵੱਖ-ਵੱਖ ਥੈਂਕ ਯੂ। ਇਹ ਸਾਥਕ ਤਾਂ ਇੱਕ ਥੋੜ੍ਹਾ ਜਿਹਾ ਝਲਕ ਹੈ ਨਾ, ਕਦੀ ਸਾਡੇ ਨਾਲ ਬੈਠੋਗੇ ਜਿਹੜੇ ਖਾਸ ਤੌਰ 'ਤੇ ਪੰਜਾਬ ਤੋਂ ਆਏ ਨੇ ਅਤੇ ਅਸੀਂ ਤੁਹਾਨੂੰ ਸਾਰਾ ਚਿੱਠਾ ਜਿਹੜਾ ਮਨਮੋਹਨ ਦੀਪਕ ਜੀ ਸਾਡੇ ਕੋਲ ਥੋੜ੍ਹਾ ਜਿਹਾ ਟਾਈਮ ਕੱਢੋ ਅਤੇ ਤੁਹਾਨੂੰ ਪਤਾ ਲੱਗੇ ਕਿ ਅਸੀਂ ਇੱਥੇ ਕੀ ਕੁਛ ਕਰ ਰਹੇ ਹਾਂ। ਇਹ ਉਸ ਤੋਂ ਵੀ ਵੱਧ ਸੱਭਿਆਚਾਰਕ ਗਤੀਵਿਧੀਆਂ ਵਿੱਚ ਮੋਹਰੇ ਰਹਿੰਦਾ ਵੱਖ-ਵੱਖ ਖੇਤਰਾਂ ਵਿੱਚ ਇਸ ਤਰ੍ਹਾਂ ਦੇ ਪੰਜਾਬੀ ਸਪੂਤਾਂ ਦੀਆਂ ਹੋਰ ਮਿਸਾਲਾਂ ਅਨੇਕ ਹਨ। ਉਹ ਮੈਂ ਸਾਰਿਆਂ ਦੀਆਂ ਗੱਲਾਂ ਕਰਨ ਲੱਗਿਆ ਅਤੇ ਮੇਰੇ ਕੋਲ ਤਾਂ ਵਕਤ ਹੀ ਨਹੀਂ ਰਹਿਣਾ। ਇੱਥੇ ਵਸਦਾ ਹਰ ਪੰਜਾਬੀ, ਭਾਵੇਂ ਉਹ ਖੇਤ ਮਜ਼ਦੂਰ, ਟਰੱਕ ਡਰਾਈਵਰ ਜਾਂ ਸਟੋਰ ਕਲਰਕ ਹੀ ਕਿਉਂ ਨਾ ਹੋਵੇ, ਜਿੱਥੇ ਇਹਨਾਂ ਫੁੱਲਾਂ ਨੂੰ ਤਰੋ-ਤਾਜ਼ਾ ਰੱਖਣ ਲਈ ਤਨਦੇਹੀ ਨਾਲ ਵਚਨਬੱਧ ਹੈ, ਉਸ ਤੋਂ ਵੀ ਵੱਧ ਦੇਸ਼ ਵਿਚਲੇ ਉਸ ਬਿਰਛ ਦੀਆਂ ਜੜ੍ਹਾਂ ਦੇ ਉਹਨਾਂ ਵਾਰਸਾਂ ਨੂੰ ਚਾਹੀਦਾ ਹੈ ਕਿ ਉਹਦੀ ਮਿੱਟੀ ਅਤੇ ਆਬੋ ਹਵਾ ਨੂੰ ਹੋਰ ਪ੍ਰਦੂਸ਼ਿਤ ਹੋਣ ਤੋਂ ਬਚਾਉਣ
ਅਤੇ ਉਹਨਾਂ ਦੇ ਆਪਣੇ ਕਹੇ ਅਨੁਸਾਰ ਹੀ ਸੱਭਿਆਚਾਰ ਵਾਲੇ ਉਸ ਪਤਨ ਦੇ ਕਾਰਨ ਲੱਭਣ ਅਤੇ ਉਹਨੂੰ ਠੱਲ ਪਾਉਣ। ਠੀਕ ਜਾਂ ਗਲਤ, ਹੁਣ ਜਦੋਂ ਮੁਸਲਮਾਨਾਂ ਪ੍ਰਤੀ ਨਫ਼ਰਤੀ ਪ੍ਰਚਾਰ ਤੇਜ਼ ਹੋਇਆ ਹੈ ਅਤੇ ਮੁਸਲਮਾਨ ਸਮਝ ਕੇ ਪੰਜਾਬੀ ਸਿੱਖ ਵੀ ਗੋਰੇ ਨਸਲਵਾਦੀਆਂ ਦੇ ਨਿਸ਼ਾਨੇ 'ਤੇ ਹਨ, ਤਾਂ ਪ੍ਰਤੀਕਰਨ ਤਾਂ ਹੋਣਾ ਹੀ ਸੀ। ਪਰ ਸਿੱਖ ਆਪਣੀ ਸਫਾਈ ਵਜੋਂ ਇਸ ਮੁਹਿੰਮ ਨੂੰ ਇਸ ਤਰ੍ਹਾਂ ਚਲਾਉਣ ਕਿ ਉਹ ਮੁਸਲਮਾਨ ਨਹੀਂ ਅਤੇ ਇਸਲਾਮਕ ਆਤੰਕਵਾਦੀਆਂ ਦੇ ਕਾਰਿਆਂ ਸਦਕਾ ਸਮੁੱਚੇ ਮੁਸਲਮਾਨ ਭਾਈਚਾਰੇ ਨੂੰ ਨਿਖੇੜ ਕੇ ਆਪਣੇ ਹਾਲ ਉੱਪਰ ਛੱਡ ਦੇਣ, ਇਹ ਪੰਜਾਬੀ ਸੱਭਿਆਚਾਰ ਦਾ ਖਾਸਾ ਵੀ ਨਹੀਂ ਅਤੇ ਨਾ ਹੀ ਸਿੱਖ ਸਿਧਾਂਤਾਂ ਦੀ ਰਵਾਇਤ। ਇਹ ਸਿੱਖ ਸਿਧਾਂਤਾਂ ਦੀ ਰਵਾਇਤ ਵੀ ਨਹੀਂ। ਇਸ ਲਈ ਸਿੱਖ ਕੌਣ ਨਹੀਂ ਹਨ ਦੀ ਥਾਂ ਸਿੱਖ ਸੱਭਿਆਚਾਰ ਦੇ ਮੀਰੀ ਗੁਣਾਂ ਅਤੇ ਚੇਤਨਾ ਦੁਆਰਾ ਠੀਕ ਜਾਣਕਾਰੀ ਸਿੱਖ ਕੌਣ ਹਨ, ਪੰਜਾਬੀ ਸੱਭਿਆਚਾਰ ਹੈ ਕੀ, ਇਸ ਪੱਖ ਨੂੰ ਉਜਾਗਰ ਕਰਨ ਵਾਸਤੇ ਹੀ ਸਿੱਖ ਕੌਂਸਲ ਹੋਂਦ ਵਿੱਚ ਆਈ ਸੀ। ਇਹ ਵੈਲੀ ਦੇ ਦਰਜਨ ਤੋਂ ਵੱਧ ਰਜਿਸਟਰਡ ਗੁਰਦੁਆਰਿਆਂ ਵੱਲੋਂ ਅਮਰੀਕਾ ਵਿੱਚ ਚੁਣੀ ਹੋਈ ਇਸ ਤਰ੍ਹਾਂ ਦੀ ਪਹਿਲੀ ਨਾਨ ਪ੍ਰੋਫਿਟ ਸੰਸਥਾ ਹੈ ਜੋ ਪਿਛਲੇ 22-23 ਸਾਲ ਤੋਂ ਇਸ ਕੰਮ ਵਿੱਚ ਕਾਰਜਸ਼ੀਲ ਹੈ। ਇਹ ਅੱਜ ਨਹੀਂ ਬਣ ਕੇ ਆ ਗਈ ਅਤੇ ਝੰਡਾ ਤੁਹਾਨੂੰ ਆਖਿਆ ਵੀ ਸਾਡਾ ਵਿੱਚ ਐਡ ਕਰ ਦਿਓ। ਇਹਨਾਂ ਨੇ ਬੜਾ ਕੰਮ ਕੀਤਾ। ਇਸ ਵਿੱਚ ਗੁਰਦੁਆਰਿਆਂ ਵੱਲੋਂ ਚੁਣੇ ਹੋਏ ਮੈਂਬਰ ਹਨ ਜੋ ਵੱਖ-ਵੱਖ ਕਮੇਟੀਆਂ ਵਜੋਂ ਵਿਭਿੰਨ ਭਾਈਚਾਰਿਆਂ ਨਾਲ ਮਿਲ ਕੇ ਨਵੇਂ ਉਸਰ ਰਹੇ ਬਹੁਤ ਸੱਭਿਆਚਾਰੀ ਸਮਾਜ ਲਈ ਉਹ ਸਾਰੂ ਕੰਮ ਕਰ ਰਹੇ ਹਨ ਜੋ ਕਿਸੇ ਇੱਕ ਆਦਮੀ ਜਾਂ ਇੱਕ ਸੰਸਥਾ ਜਾਂ ਇੱਕ ਗੁਰਦੁਆਰੇ ਵਿੱਚੋਂ ਕਰਨਾ ਅਸੰਭਵ ਸੀ, ਜਿਨ੍ਹਾਂ ਵਿੱਚ ਮਲਟੀਫੇਥ ਸੁਸਾਇਟੀ, ਇੰਟਰਫੇਥ ਅਲਾਇੰਸ, ਕਲੀਨ ਐਨਵਾਇਰਨਮੈਂਟ, ਡਿਜ਼ਾਸਟਰ ਰਿਲੀਫ ਅਤੇ ਪੰਜਾਬੀ ਸੱਭਿਆਚਾਰ ਪ੍ਰਤੀ ਚੇਤਨਾ ਪੈਦਾ ਕਰਨ ਲਈ ਐਜੂਕੇਸ਼ਨ ਐਂਡ ਸਿੱਖ ਅਵੇਅਰਨੈਸ ਕਮੇਟੀਆਂ ਦੇ ਨਾਮ ਵਰਣਨਯੋਗ ਹਨ। ਉਹਨਾਂ ਦਾ ਕੰਮ ਮੈਂ ਨਹੀਂ ਦੱਸ ਸਕਾਂਗਾ ਵਿਸਾਰ, ਉਹਦੇ ਵਿੱਚ ਮੈਂ ਥੋੜ੍ਹਾ ਜਿਹੀ ਕੋਸ਼ਿਸ਼ ਕੀਤੀ ਹੈ ਰਿਟਨ ਪੇਪਰ 'ਚ ਦੱਸਣ ਦੀ, ਪਰ ਉਹਦਾ ਚਿੱਠਾ ਕਿਤੇ ਸਿੱਖ ਕੌਂਸਲ ਦੀ ਰਿਪੋਰਟ ਵਿੱਚ ਤੁਹਾਨੂੰ ਮਿਲੇਗਾ। ਸਮਾਪਤੀ ਵੱਲ ਵਧਦਿਆਂ ਆਪਣੇ ਗਦਰੀ ਅਤੇ ਸੰਗਰਾਮੀ ਵਿਰਸੇ ਉੱਪਰ ਪਹਿਰਾ ਦਿੰਦਿਆਂ ਮੇਰੇ ਇਸ ਲੇਖ ਦਾ ਸਿਰਲੇਖ ਪਗੜੀ ਸੰਭਾਲ ਜੱਟਾਂ ਵਾਲਾ ਇਨਕਲਾਬੀ ਸਿਰਲੇਖ ਵੀ ਹੋ ਸਕਦਾ ਸੀ। 20ਵੀਂ ਸਦੀ ਦੇ ਸ਼ੁਰੂ ਵਿੱਚ ਚਾਚਾ ਅਜੀਤ ਸਿੰਘ ਵਾਲੇ ਇਨਕਲਾਬੀ ਗੀਤ ਨਾਲ ਉਦੋਂ ਵੀ ਇਸ ਪਗੜੀ ਨੇ ਅਲੰਕਾਰ ਵਜੋਂ ਕਿਸੇ ਇੱਕ ਧਰਮ ਖਾਤਰ ਨਹੀਂ, ਸਮੁੱਚੇ ਪੰਜਾਬੀ ਸੱਭਿਆਚਾਰ ਦੀ ਰਾਖੀ ਦੀ ਪ੍ਰਤੀਕ ਬਣ ਕੇ ਅੰਗਰੇਜ਼ੀ ਸਾਮਰਾਜ ਨਾਲ ਟੱਕਰ ਲਈ ਸੀ। ਫਿਰ ਗਦਰੀਆਂ ਵੇਲੇ ਵੀ ਉਹੀ ਹੋਇਆ ਸੀ। ਅੱਜ ਕਿਸੇ ਹੋਰ ਪ੍ਰਸੰਗ ਵਿੱਚ ਇਹ ਹਥਲਾ ਲੇਖ ਵੀ ਉਹਨਾਂ ਨਾਲ ਹੀ ਮੇਲ ਖਾਂਦਾ ਹੈ ਜਦੋਂ ਕੌਮੀ ਸੁਰੱਖਿਆ ਦੇ ਬਹਾਨੇ ਇਸ ਪਗੜੀ ਨੂੰ ਇਸਲਾਮ ਦੇ ਆਤੰਕਵਾਦੀਆਂ ਦਾ ਹਊਆ ਬਣਾ ਦਿੱਤਾ ਗਿਆ ਹੈ। ਮੁਸਲਮਾਨਾਂ ਦੇ ਨਾਲ ਸਿੱਖਾਂ, ਹਿੰਦੂਆਂ ਸਮੇਤ ਦੂਜੀਆਂ ਨਾਨ ਵਾਈਟ ਘੱਟ ਗਿਣਤੀਆਂ ਨੂੰ ਵੱਖਰੀ ਦਿੱਖ ਕਰਕੇ ਨਸਲਵਾਦੀ ਬਘਿਆੜਾਂ ਅੱਗੇ ਸੁੱਟ ਦੇਣਾ ਕੱਲ੍ਹ ਦੀ ਗੱਲ ਨਹੀਂ। ਉਸ ਸੋਚ ਅਤੇ ਚਾਲ ਵਾਲੇ ਲੋਕ ਅੱਜ ਵੀ ਬਹੁਤ ਹਨ। ਪਰ ਇਸ ਵੇਰ ਇਸ ਪਗੜੀ ਦੇ ਪੇਚਾਂ ਵਿੱਚ ਕੇਵਲ ਪੰਜਾਬੀ ਜਾਂ ਹਿੰਦੁਸਤਾਨੀ ਸੱਭਿਆਚਾਰ ਹੀ ਨਹੀਂ, ਇੱਥੇ ਵਸਦੀਆਂ ਹੋਰ ਘੱਟ ਗਿਣਤੀਆਂ ਦੇ ਸੱਭਿਆਚਾਰ ਵੀ ਬੱਝ ਗਏ ਹਨ। ਇਹਦੇ ਸਨਮੁਖ ਅਜੋਕੀ ਵੰਗਾਰ ਬੇਸ਼ੱਕ ਪਹਿਲੀਆਂ ਇਤਿਹਾਸਕ ਵੰਗਾਰਾਂ ਨਾਲੋਂ ਕਿਸੇ ਤਰ੍ਹਾਂ ਵੀ ਘੱਟ ਨਹੀਂ ਹੈ। ਵੱਖਰਾ ਜਿਹਾ ਹੈ ਤਾਂ ਇਹ ਕਿ ਇਸ ਵੇਰ ਕੌਮੀ ਪੱਧਰ 'ਤੇ ਪ੍ਰਤੀਕਰਮ ਹਾਂ ਪੱਖੀ ਹੋ ਰਿਹਾ ਹੈ। ਜਿੱਥੇ ਮੁਗਲ ਰਾਜ ਵੇਲੇ ਮੁਗਲ ਆਪਣੀ ਬਾਦਸ਼ਾਹੀ ਨੂੰ ਪੰਜਾਬੀਅਤ ਕੋਲੋਂ ਖਤਰਾ ਸਮਝਦੇ, ਅਖੀਰ ਤੀਕ ਇਸ ਦੇ ਕੱਟੜ ਵੈਰੀ ਰਹੇ। ਅਜੀਤ ਸਿੰਘ ਵੇਲੇ ਅੰਗਰੇਜ਼ਾਂ ਨੇ ਇਸ ਉੱਪਰ ਤਸ਼ੱਦਦ ਢਾਇਆ। ਅਮਰੀਕਾ ਵਿੱਚ ਗਦਰੀਆਂ ਵੇਲੇ ਗੋਰੇ ਨਸਲਵਾਦੀਆਂ ਨੇ ਇਹਨੂੰ ਰੈਗ ਹੈਡਡ ਆ ਕੇ ਜ਼ਲੀਲ ਕਰਦਿਆਂ ਲਲਕਾਰਿਆ। ਅੰਗਰੇਜ਼ ਨੇ ਤਾਂ ਦੇਸ਼ ਵਿੱਚ ਚੁੱਕ ਕੇ ਫਾਂਸੀ ਪੂਰੀ ਚੜ੍ਹਾ ਦਿੱਤਾ। ਤਸੱਲੀ ਵਾਲੀ ਗੱਲ ਇਹ ਹੈ ਕਿ ਇਸ ਵੇਰ ਕੌਮੀ ਪੱਧਰ ਉੱਪਰ ਉੱਠੀ ਇਸ ਨਫ਼ਰਤੀ ਖੁਨਾਮੀ ਵਿਰੁੱਧ ਹਾਂ ਪੱਖੀ ਪ੍ਰਤੀਕਰਮ ਵੀ ਕੌਮੀ ਪੱਧਰ ਉੱਪਰ ਹੀ ਹੋ ਰਿਹਾ ਹੈ। ਇਸ ਦੀ ਪਹਿਲ ਕਦਮੀ ਬੇਸ਼ੱਕ ਵੱਖ-ਵੱਖ ਸਿੱਖ ਅਮਰੀਕਨ ਜਥੇਬੰਦੀਆਂ ਵੱਲੋਂ ਹੀ ਹੋਈ ਹੈ। ਫੈਡਰਲ ਅਤੇ ਸੂਬਾ ਸਰਕਾਰਾਂ ਨੇ ਕੇਵਲ ਸਿੱਖਾਂ ਜਾਂ ਮੁਸਲਮਾਨਾਂ ਲਈ ਹੀ ਨਹੀਂ, ਸਮੁੱਚੀਆਂ ਘੱਟ ਗਿਣਤੀਆਂ ਦੇ ਹੱਕਾਂ ਦੀ ਰਾਖੀ ਲਈ ਸਖਤ ਨੋਟਿਸ ਲਿਆ ਹੈ। ਹੇਟ ਕ੍ਰਾਈਮ ਵਿਰੁੱਧ ਪ੍ਰੈਜ਼ੀਡੈਂਟ ਓਬਾਮਾ ਵੱਲੋਂ ਤਿੱਖੀ ਆਲੋਚਨਾ, ਇੰਟਰਫੇਥ ਕਮਿਊਨਿਟੀ ਵੱਲੋਂ ਪ੍ਰਦਰਸ਼ਨੀਆਂ, ਮੁਜ਼ਾਹਰੇ ਅਤੇ ਕੈਂਡਲ ਲਾਈਟ ਜਗਰਾਤੇ ਰੱਖੇ ਗਏ ਹਨ। ਪਿਛਲੇ ਮਹੀਨੇ ਹੀ ਪੀਸ ਫਰੈਜ਼ਨੋ ਵੱਲੋਂ ਸਿੱਖ ਕੌਂਸਲ ਦੇ ਸਹਿਯੋਗ ਨਾਲ ਇਸਲਾਮੋਫੋਬੀਆ ਵਿਰੁੱਧ ਵਿਚਾਰ ਗੋਸ਼ਟੀ ਵਿੱਚ 7 ਵੱਖਰੇ ਧਰਮਾਂ ਅਤੇ ਭਾਈਚਾਰਿਆਂ ਦੇ ਬਲੈਕ ਲਾਈਵਜ਼ ਮੈਟਰ ਸਮੇਤ ਬੁਲਾਰਿਆਂ ਨੇ ਹਿੱਸਾ ਲਿਆ ਸੀ। ਮੁੱਕ ਚੱਲਿਆ ਕੰਗ ਸਾਹਿਬ, ਇੱਕ ਹੀ ਅੱਧਾ ਮਿੰਟ ਰਹਿ ਗਿਆ। ਸਮੁੱਚੇ ਭਾਈਚਾਰੇ ਦੇ ਸਹਿਯੋਗ ਨਾਲ ਸਭ ਤੋਂ ਵੱਡੀ ਪ੍ਰਾਪਤੀ ਸਕੂਲਾਂ ਦੇ ਹਿਸਟਰੀ ਸੋਸ਼ਲ ਸਾਇੰਸ ਕਰਿਕੂਲਮ ਫਰੇਮਵਰਕ ਵਿੱਚ ਨਵੀਨਤਾ ਲਈ ਰਾਹ ਪੱਧਰਾ ਕਰਦੀ ਹੈ। ਇੱਥੋਂ ਦਾ ਹਿਸਟਰੀ ਐਂਡ ਸੋਸ਼ਲ ਸਾਇੰਸ ਫਰੇਮਵਰਕ ਦਾ ਜਿਹੜਾ ਸਿਲੇਬਸ ਸੀ ਉਹ ਪਿਛਲੇ 15 ਸਾਲ ਤੋਂ ਅਪਡੇਟ ਨਹੀਂ ਸੀ ਕੀਤਾ। ਦੈਟ ਇਜ਼ ਬੀਇੰਗ ਅਪਡੇਟਡ ਔਰ 2016 ਵਿੱਚ ਉਹਦੀਆਂ ਟੈਕਸਟ ਬੁੱਕਸ ਆ ਜਾਣਗੀਆਂ। ਸਿੱਖ ਕੌਂਸਲ ਵੱਲੋਂ ਸੈਕਰਾਮੈਂਟੋ ਤੋਂ ਡਾਕਟਰ ਬਿੰਦਰਾ ਅਤੇ ਹੋਰਨਾਂ ਨਾਲ ਮਿਲ ਕੇ ਕੈਲੀਫੋਰਨੀਆ ਦੀ ਵਿਦਿਅਕ ਪ੍ਰਣਾਲੀ ਨਾਲ ਕੰਮ ਕਰਦਿਆਂ ਪੰਜਾਬੀ ਭਾਸ਼ਾ ਨੂੰ ਸਕੂਲਾਂ ਦੇ ਸਿਲੇਬਸ ਵਿੱਚ ਸ਼ਾਮਲ ਕਰਵਾਉਣ ਲਈ ਮਹੱਤਵਪੂਰਨ ਪ੍ਰਾਪਤੀਆਂ ਦਾ ਸੰਖੇਪ ਵੇਰਵਾ ਲਿਖਤੀ ਪਰਚੇ ਵਿੱਚ ਦਿੱਤਾ ਗਿਆ ਹੈ, ਜਿਹੜਾ ਤੁਹਾਡੇ ਕੋਲ ਹੈ। ਸਿਲੇਬਸ 2016 ਵਿੱਚ ਨਵੀਆਂ ਟੈਕਸਟ ਬੁੱਕਸ ਵਿੱਚ ਪਹਿਲੀ ਵਾਰ ਪੰਜਾਬੀਆਂ ਨੂੰ ਸ਼ਾਮਲ ਕੀਤਾ ਜਾਣਾ ਹੈ। ਅਮਰੀਕਾ ਨੂੰ ਬਹੁਭਾਸ਼ੀ ਬਣਾਉਣ ਲਈ 15 ਜਾਂ ਵੱਧ ਬੱਚੇ
ਜਿੱਥੇ ਵੀ ਇਹ ਭਾਸ਼ਾ ਪੜ੍ਹਨੀਆਂ ਚਾਹਣ, ਪੰਜਾਬੀ ਜਾਂ ਹੋਰ ਕੋਈ ਭਾਸ਼ਾ ਪੜ੍ਹਨੀਆਂ ਚਾਹਣ ਤਾਂ ਕਲਾਸਾਂ ਸ਼ੁਰੂ ਕਰਨ ਲਈ ਬਿੱਲ ਪਾਸ ਹੋ ਗਿਆ ਹੈ। ਕੈਲੀਫੋਰਨੀਆ ਸਟੇਟ ਯੂਨੀਵਰਸਿਟੀ ਸੈਕਰਾਮੈਂਟੋ ਵਿੱਚ ਉਚੇਰੀ ਵਿੱਦਿਆ ਫॉर ਹਾਇਰ ਐਜੂਕੇਸ਼ਨ, ਉਹਦੇ ਲਈ ਫਾਊਂਡੇਸ਼ਨ ਕੋਰਸ ਜਿਹੜਾ ਪੰਜਾਬੀ ਦਾ ਜਿਹੜਾ ਉਹ ਡਾਕਟਰ ਕਪਾਨੀ ਦੀ ਮਦਦ ਦੇ ਨਾਲ, ਡਾਕਟਰ ਬਿੰਦਰ ਦੀ ਮਦਦ ਦੇ ਨਾਲ ਉਹ ਹੋ ਰਿਹਾ, ਜਿੱਥੋਂ ਉਹ ਫਾਊਂਡੇਸ਼ਨ ਦੀ ਟ੍ਰੇਨਿੰਗ ਲੈ ਕੇ ਤੁਸੀਂ ਯੂ ਕੈਨ ਡੂ PhD ਇਵਨ ਹੀਅਰ। 5 ਲੱਖ ਪੰਜਾਬੀਆਂ ਦੀ ਆਬਾਦੀ ਵਾਲੇ ਗੁਆਂਢੀ ਦੇਸ਼ ਕੈਨੇਡਾ ਵੱਲ ਵੇਖਦੇ ਹਾਂ ਤਾਂ ਹੋਰ ਵੀ ਨਵੀਂ ਆਸ ਬੱਝਦੀ ਹੈ। 4 ਸਾਲ ਤੋਂ ਕੈਨੇਡਾ ਵਿੱਚ ਬੋਲੀ ਜਾਣ ਵਾਲੀ ਤੀਸਰੀ ਬੋਲੀ ਬਣ ਸਦਕਾ ਹੁਣ ਕੈਨੇਡਾ ਦੀ ਪਾਰਲੀਮੈਂਟ ਵਿੱਚ ਵੀ ਸਰਕਾਰੀ ਤੌਰ 'ਤੇ ਅੰਗਰੇਜ਼ੀ ਅਤੇ ਫਰੈਂਚ ਪਿੱਛੋਂ ਪੰਜਾਬੀ ਦਾ ਤੀਸਰਾ ਸਥਾਨ ਹੈ। ਬ੍ਰਿਟਿਸ਼ ਕੋਲੰਬੀਆ ਦੇ ਸਕੂਲਾਂ ਵਿੱਚ ਪੰਜਾਬੀ ਕੋਰਸ ਵਜੋਂ ਪੜ੍ਹਾਈ ਜਾ ਰਹੀ ਹੈ। ਕੈਨੇਡਾ ਦੀ ਸਰਕਾਰ ਵਿੱਚ ਡਿਫੈਂਸ ਮਿਨਿਸਟਰ ਹਰਜੀਤ ਸਿੰਘ ਸਾਜਨ ਦੇ ਨਾਲ 3 ਹੋਰ ਪੰਜਾਬੀ ਵਜ਼ੀਰ ਬਣੇ ਹਨ। ਇਹ ਸਭ ਕੈਨੇਡਾ ਦੇ ਬਹੁ ਸੱਭਿਆਚਾਰੀ ਅਤੇ ਬਹੁ ਭਾਸ਼ੀ ਹੋਣ ਦੇ ਚੰਗੇ ਭਵਿੱਖ ਵੱਲ ਸੰਕੇਤ ਹਨ। ਆਖਰ ਵਿੱਚ ਸਮੇਂ ਦੀ ਨਜ਼ਾਕਤ ਵੇਖੋ। ਪ੍ਰਸਿੱਧ ਸ਼ਾਇਰ ਰਾਹਤ ਇੰਦੌਰੀ ਦਾ ਸ਼ੇਰ ਹੈ कि जो आज साहिब मसनद हैं कल नहीं होंगे, जो आज साहिब मसनद हैं कल नहीं होंगे, किराएदार हैं ज़ाती मकान थोड़ी है। जिथे कैनेडा के पहले प्रधानमंत्री सर जॉन मैकडोनल्ड द वाइट मैनस कंट्री वाला संकल्प दोहराउंदियां कामागाटा मारू के मुसाफिरां नूं वापस मौत के मूँह वाल धक्कदियां उदों ब्रिटिश कोलंबीया के प्रीमियर सर रिचर्ड मैकब्राइड ने भी उही कुछ कहा सी। प्रधानमंत्री जस्टिन ट्रूडो का उस पार्लीमेंट में रस्मी तौर पर कामागाटा मारू के उन्होंने पीड़ित मुसाफिरां नाल होई नस्ली बेइंसाफी लई मुआफ़ी मंगना छोटी गल नहीं, ये इतिहासिक ऐलान है। इस तो पहला 2013 में ओरीगॉन सूबे के आस्टोरिया शहर की सिटी कौंसल और मेयर वालों गदर पार्टी को उसकी 100वीं वर्षगंढ से सन्मानित किया जा चुका है। 100-125 साल पिछों इन्हां रस्मी इशनानां नाल पिछले सारे पाप तो नहीं धुप जाने और ना ही गोरी मनोबिरती इन्नी छेती बदलने वाली है। पर उन्हां मुसाफिरां कोलों भावें हुण वो इस दुनिया में नहीं रहे, मुआफ़ी मंगना उन्हां पुराने जख्मां नूं भरन लई चंगी शुरुआत है। पब्लिक स्कूलों में डाइवर्सिटी बारे पढ़ाई नूं कैनेडा ਅਤੇ ਹੁਣ ਅਮਰੀਕਾ ਵਿੱਚ ਵੀ ਬਹੁਤ ਸੱਭਿਆਚਾਰ ਦੀ ਉਸਾਰੀ ਲਈ ਨੀਂਹ ਪੱਥਰ ਕਰਾਰ ਦੇਣ ਤੱਕ ਦਾ ਸਫ਼ਰ ਪੰਜਾਬੀ ਜਾਂ ਹਿੰਦੁਸਤਾਨੀ ਸੱਭਿਆਚਾਰ ਲਈ ਹੀ ਨਹੀਂ, ਸਮੁੱਚੇ ਘੱਟ ਗਿਣਤੀ ਸੱਭਿਆਚਾਰਾਂ ਦੀ ਵੱਡੀ ਜਿੱਤ ਹੈ। ਕਥਿਤ ਗਲੋਬਲ ਵਿਲੇਜ ਵਿੱਚ ਨਵੇਂ ਉਸਰ ਰਹੇ ਬਹੁਤ ਸੱਭਿਆਚਾਰ ਦੀ ਜਿੱਤ ਹੈ। ਬਹੁ ਭਾਸ਼ੀ ਹੋਣ ਲਈ ਸੱਦਾ ਹੈ। ਪ੍ਰਵਾਸ ਦੇ ਇਸ ਬਦਲਦੇ ਪ੍ਰਸੰਗ ਅੰਦਰ ਚੰਗੀ ਗੱਲ ਹੈ ਜੋ ਪੰਜਾਬੀ ਸੱਭਿਆਚਾਰ ਵੀ ਹੁਣ ਇਸ ਨਾਲ ਇੱਥੇ ਵੱਜ ਰਿਹਾ ਹੈ। ਹੋਰ ਭਾਸ਼ਾਵਾਂ ਵਾਂਗ ਹੀ ਪੰਜਾਬੀ ਭਾਸ਼ਾ ਅਤੇ ਲਿਪੀ ਵੀ ਧਰਮ ਨਾਲ ਨਹੀਂ ਸੱਭਿਆਚਾਰ ਨਾਲ ਜੁੜੀਆਂ ਹੋਈਆਂ ਹਨ। ਇਹਨਾਂ ਦਾ ਭਵਿੱਖ ਵੀ ਇਸੇ ਵਿੱਚ ਹੀ ਸੁਰੱਖਿਅਤ ਹੈ। ਥੈਂਕ ਯੂ।